ਸਿੱਖ ਫਲਵਾੜੀ ਦੇ ਪ੍ਰੋਗਰਾਮ 'ਚ ਆਪ ਜੀ ਦਾ ਸਵਾਗਤ ਹੈ ਜੀ। ਆਪ ਜੀ ਦੇਖ ਰਹੇ ਹੋ ਸਿੱਖ ਚੈਨਲ। ਮੈਂ ਹਾਂ ਗੁਰਵਿੰਦਰ ਸਿੰਘ। ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਘਰ ਘਰ 'ਚ ਪਹੁੰਚਾਉਣ ਲਈ ਇੱਕ ਨਿਮਾਣਾ ਜਿਹਾ ਯਤਨ ਹੈ ਕਿ ਸਾਡੇ ਬੱਚਿਆਂ ਨੂੰ, ਸਾਡੇ ਪਰਿਵਾਰਾਂ ਨੂੰ ਸਿੱਖੀ ਸਿਧਾਂਤਾਂ ਦੇ ਬਾਰੇ ਜਾਣਕਾਰੀ ਮਿਲ ਸਕੇ। ਗੁਰੂ ਕੇ ਸਿੱਖੋ, ਜਿਤਨੀ ਦੇਰ ਤੱਕ ਅਸੀਂ ਗੁਰਬਾਣੀ ਨੂੰ ਆਪ ਨਹੀਂ ਪੜਾਂਗੇ, ਸਮਝਾਂਗੇ ਨਹੀਂ, ਉਨੀ ਦੇਰ ਤੱਕ ਗੱਲ ਨਹੀਂ ਬਣੇਗੀ। ਅੱਜ ਜੋ ਸਿੱਖੀ ਦੀ ਸ਼ਖਸੀਅਤ ਹੈ ਜਾਂ ਸਿੱਖੀ ਦੀ ਵਿਚਾਰਧਾਰਾ ਨੂੰ, ਸਿਧਾਂਤ ਨੂੰ ਢਾਹ ਲਾਉਣ ਲਈ ਬਹੁਤ ਯਤਨ ਜਿਹੜੇ ਨੇ ਉਹ ਜਾਰੀ ਨੇ। ਉਹਦਾ ਕਾਰਨ ਹੈ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਚੰਗੀ ਤਰ੍ਹਾਂ ਸਮਝ ਨਹੀਂ ਸਕੇ, ਗੁਰਬਾਣੀ ਨੂੰ ਆਪਣੇ ਜੀਵਨ ਵਿੱਚ ਥਾਂ ਨਹੀਂ ਦਿੱਤੀ, ਗੁਰਬਾਣੀ ਦੀ ਵਿਚਾਰ ਨੂੰ ਅਸੀਂ ਅਪਣਾਇਆ ਨਹੀਂ ਹੈ। ਕੇਵਲ ਮੱਥੇ ਟੇਕਣ ਤੱਕ, ਅਰਦਾਸਾਂ ਕਰਨ, ਲੰਗਰ ਕਰਾਉਣ ਜਾਂ ਵੱਡੇ ਵੱਡੇ ਸਮਾਗਮ ਕਰਾਉਣ ਤੱਕ ਸੀਮਤ ਰਹੇ ਆ। ਪਰ ਇਹ ਨਹੀਂ ਅਸੀਂ ਦੇਖਿਆ ਕਿ ਜਿਹੜੇ ਅੱਗੇ ਬੈਠੇ ਸੁਣਨ ਵਾਲੇ ਨੇ, ਉਹਨਾਂ ਦੇ ਜੀਵਨ ਵਿੱਚ ਕੀ ਵਾਧਾ ਹੋਇਆ, ਕੀ ਪਰਿਵਰਤਨ ਆਇਆ, ਕੀ ਸਮਝ ਲੱਗੀ ਉਹਨਾਂ ਨੂੰ। ਇੱਕ ਕਲਾਸ ਦੇ ਵਿੱਚ ਬੱਚੇ ਪੜ੍ਹਦੇ ਨੇ ਤੇ ਜੇ ਉਹ ਪੜ੍ਹਦਿਆਂ ਨੂੰ ਟੀਚਰ ਦੀ, ਅਧਿਆਪਕ ਦੀ ਸਮਝ ਨਾ ਲੱਗੇ ਤੇ ਫਿਰ ਗੱਲ ਥੋੜੀ ਬਣੇਗੀ। ਆਹੀ ਕਾਰਨ ਸਾਡਾ ਗੁਰੂ ਸਮਰੱਥ ਹੈ, ਉਹ ਬਾਣੀ ਪ੍ਰਭ ਕੀ ਸਭ ਕੋ ਬੋਲਾ ਹੈ। ਉਹ ਬੋਲ ਬੋਲ ਕੇ ਸਾਨੂੰ ਉਪਦੇਸ਼, ਸਿੱਖਿਆ ਦੇ ਰਹੀ ਹੈ, ਪਰ ਅਸੀਂ ਲੈਣ ਲਈ ਅਵੇਸਲੇ ਹਾਂ। ਅਸੀਂ ਰਸਮਾਂ ਦੇ ਵਿੱਚ ਪੈ ਕੇ ਆਪਣੇ ਰੈਡੀਮੇਡ ਜਿਹੜੇ ਕਾਰਜ ਨੇ, ਕਰਮ ਨੇ, ਜਿਹੜੇ ਕੰਮ ਨੇ, ਉਹ ਕਢਾਉਣਾ ਚਾਹੁੰਦੇ ਆ, ਪਰ ਸਮਝਣ ਵੱਲ ਸਾਡਾ ਯਤਨ ਜਿਹੜਾ ਉਹ ਨਹੀਂ ਜਾ ਰਿਹਾ। ਸਚਿਆਰਾ ਜੀਵਨ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਆ, ਉਸ ਪਾਸੇ ਅਸੀਂ ਨਹੀਂ ਜਾ ਰਹੇ। ਮਿਲਗੋਬਾ ਜਿਹਾ ਅਸੀਂ ਬਣਾ ਲਿਆ। ਖਸਮ ਸਾਡਾ ਇੱਕ ਹੈ, ਅਕਾਲ ਪੁਰਖ ਇੱਕ ਹੈ, ਉਸ ਤੋਂ ਛੁੱਟ ਕਿਸੇ ਹੋਰ ਦੇ ਦੁਆਰ ਤੇ ਵੀ ਕਿਸੇ ਨੂੰ ਵੀ ਅਸੀਂ ਥਾਂ ਨਹੀਂ ਦੇ ਸਕਦੇ। ਇਹ ਚੇਤੇ ਰੱਖਿਓ। ਤਾਂ ਸਿੱਖੀ ਕਾਇਮ ਰਹਿ ਸਕਦੀ ਹੈ, ਤਾਂ ਹੀ ਗੁਰੂ ਦਾ ਸਿਧਾਂਤ ਸਾਡੇ ਵਿੱਚ ਪ੍ਰਗਟ ਹੋਵੇਗਾ, ਜੇ ਅਸੀਂ ਇੱਕ ਦੇ ਹੋ ਕੇ ਰਵਾਂਗੇ। ਸੋ ਸਾਡਾ ਮਕਸਦ ਸਿੱਖ ਫਲਵਾੜੀ ਆਉਣ ਵਾਲੀ ਸਾਡੀ ਜਿਹੜੀ ਬੱਚੇ ਨੇ, ਇਹ ਘੱਟੋ ਘੱਟ ਇਹ ਤੇ ਸਮਝ ਲੈਣ ਕਿ ਇੱਕ ਓਂਕਾਰ ਸਾਡਾ ਅਕਾਲ ਪੁਰਖ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ। ਉਹ ਜਨਮਦਾ ਨਹੀਂ, ਨਾ ਮਰਦਾ। ਸਾਰੀ ਕਾਇਨਾਤ ਨੂੰ ਉਹਨੇ ਪੈਦਾ ਕੀਤਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਉਹਨੂੰ ਕਿਸੇ ਨੇ ਨਹੀਂ ਜਨਮਿਆ। ਇਸ ਕਰਕੇ ਅਸੀਂ ਉਸ ਅਕਾਲ ਪੁਰਖ ਦੇ ਪੁਜਾਰੀ ਹਾਂ, ਜਿਹਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ। ਸੋ ਪ੍ਰੋਗਰਾਮ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੈ ਜੀ। ਮੇਰੇ ਨਾਲ ਜੋ ਬੱਚੇ ਹਾਜ਼ਰ ਨੇ, ਉਹਨਾਂ ਦੀ ਪਹਿਚਾਣ ਮੈਂ ਆਪ ਜੀ ਨਾਲ ਕਰਵਾ ਦੇਵਾਂ। ਬਿਲਕੁਲ ਮੇਰੇ ਨਾਲ ਬੱਚਾ ਜਗਜੀਤ ਸਿੰਘ ਦਿੱਲੀ ਤੋਂ, ਉਹਦੇ ਨਾਲ ਬੇਟੀ ਗੁਰਬਾਣੀ ਕੌਰ ਜਲੰਧਰ ਪੰਜਾਬ ਤੋਂ, ਔਰ ਉਹਦੇ ਨਾਲ ਬੇਟਾ ਅੰਮ੍ਰਿਤਪਾਲ ਸਿੰਘ ਜੋ ਲੁਧਿਆਣਾ ਤੋਂ ਅੱਜ ਸਾਡੇ ਨਾਲ ਸਾਥ ਦੇਣਗੇ, ਜਿੱਥੇ ਅਸੀਂ ਇਤਿਹਾਸ ਦੇ ਵਿੱਚੋਂ, ਗੁਰਮਤ ਮਰਿਆਦਾ ਦੇ ਵਿੱਚ, ਰਹਿਤ ਮਰਿਆਦਾ ਵਿੱਚ ਸਵਾਲ ਜਵਾਬ ਕਰਨੇ ਨੇ। ਉੱਥੇ ਇਹਨਾਂ ਕੋਲ ਗੁਰਬਾਣੀ ਦਾ ਇੱਕ ਇੱਕ ਸ਼ਬਦ ਵੀ ਆਪਾਂ ਨੇ ਸਰਵਣ ਕਰਨਾ। ਸੋ ਬੱਚਿਓ, ਜੀ ਆਇਆਂ ਨੂੰ, ਸਵਾਗਤ ਹੈ ਆਪ ਜੀ ਦਾ। ਆਪ ਜੀ ਨੂੰ ਔਰ ਗੁਰੂ ਕੀ ਸੰਗਤ ਨੂੰ ਗੁਰਫਤਿਹ ਪ੍ਰਵਾਨ ਹੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਨੂੰ। ਬੱਚਿਓ, ਬਹੁਤ ਖੁਸ਼ੀ ਹੈ ਕਿ ਕੁਝ ਸਿੱਖਣ ਲਈ ਔਰ ਸਿਖਾਉਣ ਲਈ, ਇਹੀ ਸਿੱਖ ਦਾ ਕਰਮ ਹੈ। ਗੁਰਮਤ ਸਿੱਖ ਕੇ ਅਸਾਂ ਸਿਖਾਉਣੀ। ਜਨ ਨਾਨਕ ਧੂੜ ਮੰਗੇ ਤਿਸ ਗੁਰ ਸੇਕੀ, ਜੋ ਆਪ ਜਪੇ ਅਵਰੈ ਨਾਮ ਜਪਾਵੇ। ਜੋ ਆਪ ਸਮਝਦਾ ਗੁਰੂ ਦੀ ਬਾਣੀ ਨੂੰ ਤੇ ਦੂਜਿਆਂ ਨੂੰ ਸਮਝਾਉਂਦਾ, ਵੰਡਦਾ। ਫਿਰ ਸਤਿਗੁਰੂ ਜੀ ਉਹਨੂੰ ਬਹੁਤ ਪਿਆਰ ਕਰਦੇ ਨੇ। ਬਹੁਤ ਬਹੁਤ ਬੇਟਾ ਧੰਨਵਾਦ। ਹੁਣ ਇੱਕ ਇੱਕ ਗੁਰਬਾਣੀ ਦਾ ਸ਼ਬਦ ਮੈਂ ਆਪ ਜੀਆਂ ਨੂੰ ਜ਼ਰੂਰ ਕਹਾਂਗਾ ਕਿ ਸੰਗਤ ਸੁਣਨ ਵਾਲੇ, ਇਸ ਵਕਤ ਤੁਹਾਨੂੰ ਪੂਰੇ ਸੰਸਾਰ ਦੇ ਵਿੱਚ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਪੂਰੇ ਯੂਰਪ ਵਿੱਚ ਸੁਣਿਆ ਜਾ ਰਿਹਾ। ਇੱਕ ਇੱਕ ਸ਼ਬਦ ਗੁਰਬਾਣੀ ਦਾ। ਜਗਜੀਤ ਸਿੰਘ, ਸਭ ਤੋਂ ਪਹਿਲਾਂ ਆਪ ਜੀ ਇੱਕ ਸ਼ਬਦ ਗੁਰਬਾਣੀ ਦਾ ਸਰਵਣ ਕਰਾਓ ਜੀ। ਕਾਨੜਾ ਮਹੱਲਾ ਪੰਜਵਾਂ। ਐਸੀ ਮੰਗ ਗੋਬਿੰਦ ਤੇ, ਐਸੀ ਮੰਗ ਗੋਬਿੰਦ ਤੇ, टहल संतन की संग साधु का, टहल संतन की संग साधु का, हर नामा जप परम गते, हर नामा जप परम गते। पूजा चरना ठाकुर सरना, पूजा चरना ठाकुर सरना, सोई कुशल जो प्रभ जियो करना, सोई कुशल जो प्रभ जियो करना। सफल होते हैं दुर्लभ देही,
सफल होते है दुर्लभ देही जाको सतगुर मया करे ही जाको सतगुर मया करे ही अज्ञान परम बिन से दुख डेरा अज्ञान परम बिन से दुख डेरा जा कहे बसै गुर पैरा जा कहे हृदय वसै गुर पैरा साध संग रंग प्रभ ते आया साध संग रंग प्रभ ते आया कहो नानक तिन पूरा पाया बहुत ਵਧੀਆ ऐसी बेटे मांग गोबिंद ते ऐसी मांग गोबिंद ते ਬਹੁਤ ਵਧੀਆ ਬੇਟੇ ਬਹੁਤ ਪਿਆਰ ਨਾਲ ਬੱਚੇ ਨੇ ਗੁਰਬਾਣੀ ਦਾ ਸ਼ਬਦ ਸਾਨੂੰ ਸਰਵਣ ਕਰਾਇਆ। ਗੁਰਬਾਣੀ ਕੌਰ ਬੇਟਾ ਕਿਹੜਾ ਸ਼ਬਦ ਸੁਣਾ ਰਹੇ ਹੋ? तेरे गुण गावा दे बुझाई। वाह जी वाह जी बेटा। तेरे गुण गावा देह बुझाई तेरे गुण गावा देह बुझाई जैसे सच में रहो रजाई जैसे सच में रहो रजाई तू सुल्तान कहाँ हो मियाँ तेरी कवन वडाई जो तू देह सो कहाँ सोआ मी मैं मूर्ख कहन न जाई जो किछ होआ सब किछ तुझ ते तेरी सब असनाई तेरा अंत न जाना मेरे साहिब मैं अंधुले क्या चतुराई क्या हो कथी कथे कथ दे खमया कथ न जाई जो तुद पावे सोई आखा तिल तेरी वड्याई एते कुकर होवे गाना इसका पोतन ताई भगत हीन नानक जे होएगा ता खसमै नाउ न जाई तेरे गुण गावा देह बुझाई तेरे गुण गावा देह बुझाई। ਵਾਹ ਜੀ ਵਾਹ ਬਹੁਤ ਪਿਆਰ ਨਾਲ ਬੱਚੀ ਨੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦਾ ਆਪ ਜੀ ਨੂੰ ਸਰਵਣ ਕਰਾਇਆ। ਗੁਰੂ ਕੀ ਸਿੱਖੋ ਦੀ ਵਿਚਾਰ ਜਿਹੜੀ ਹੈ ਬੜੀ ਜ਼ਰੂਰੀ ਹੈ। ਸਮੇਂ ਦੀ ਕਮੀ ਹੋਣ ਕਰਕੇ ਮੈਂ ਜ਼ਿਆਦਾ ਦਾ ਵਿਸਥਾਰ ਨਹੀਂ ਕਰ ਸਕਦਾ ਪਰ ਜ਼ਰੂਰ ਇਹਦੀ ਵਿਆਖਿਆ ਜਿਹੜੀ ਹੈ ਗੁਰੂ ਸਾਹਿਬ ਜੀ ਸਾਨੂੰ ਕਹਿ ਕੀ ਰਹੇ ਨੇ ਸਮਝਾ ਕੀ ਰਹੇ ਨੇ ਇਹ ਜ਼ਰੂਰ ਸਮਝੀਏ। ਦੂਸਰੀ ਬੇਨਤੀ ਹੈ ਕਈ ਸ਼ਬਦ ਸਤਿਗੁਰਾਂ ਨੇ ਦੂਸਰਿਆਂ ਦੀ ਗੱਲ ਕਰਕੇ ਨਾ ਅੰਤ ਵਿੱਚ ਉਹਦਾ ਤੱਤ ਸਾਰ ਦਿੱਤਾ ਹੈ ਉਹ ਜ਼ਰੂਰ ਪੜ੍ਹੀਏ ਅਸੀਂ। ਸਾਨੂੰ ਕਈ ਵਾਰੀ ਭਰਮਾਂ 'ਚ ਪਾ ਲਿਆ ਜਾਂਦਾ ਭਰਮਾ ਲਿਆ ਜਾਂਦਾ ਵੀ ਆਹ ਵੇਖੋ ਜੀ ਆਹ ਵੀ ਨਾ ਆਇਆ ਇਸ ਤਰ੍ਹਾਂ ਆਇਆ ਉਹ ਪੂਰਾ ਸ਼ਬਦ ਪੜ੍ਹ ਕੇ ਅਖੀਰ ਦੇ ਵਿੱਚ ਗੁਰੂ ਸਾਹਿਬ ਨੇ ਆਪਣੀ ਗੱਲ ਕੀਤੀ ਹੈ ਉਹ ਜ਼ਰੂਰ ਅਸੀਂ ਸਮਝੀਏ। ਬੇਟੇ ਅਮਰਤਪਾਲ ਸਿੰਘ ਜੀ ਕਿਹੜਾ ਸ਼ਬਦ ਸਰਮ ਕਰਾ ਰਹੇ ਹੋ ਜੀ? ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਨਾ। ਵਾਹ ਜੀ ਵਾਹ ਜੀ ਜੀ ਜੀ। ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਜੀ ਜੰਤ ਸਰਬਤ ਨਾ ਤੇਰਾ ਧਿਆਵਣਾ ਤੂੰ ਦਾਤਾਰ ਤੇਰਾ ਦਿੱਤਾ ਖਾਵਣਾ ਭਗਤ ਜਨਾ ਕੇ ਸੰਗ ਪਾਪ ਗਵਾਵਣਾ ਜਨ ਨਾਨਕ ਸਦ ਬਲਿਹਾਰ ਬਲ ਬਲ ਜਾਵਣਾ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ ਰਹਿਣ ਦਿਨਸ ਪ੍ਰਭਾਤ ਤੂੰ ਹੈ ਹੀ ਗਾਵਣਾ
ਵਾਹ ਜੀ ਵਾਹ, ਉਹ ਵੇਲਾ ਹੀ ਆਪਣੇ ਆਪ ਚ ਅੰਮ੍ਰਿਤ ਹੈ, ਸੁਹਾਵਣਾ ਹੈ, ਚੰਗਾ ਹੈ। ਜਦੋਂ ਤੇਰੀ ਯਾਦ ਆਵੇ, ਰਹਿਣ ਦਿਨ ਸੁਪਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬੱਤ ਨਾਉ ਤੇਰਾ ਧਿਆਵਣਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਜਰੂਰ ਜਦੋਂ ਪ੍ਰਸ਼ਾਦਾ ਛਕੀਏ ਨਾ ਬੱਚਿਓ, ਅਸੀਂ ਸਾਰਿਆਂ ਲਈ ਇਹ ਸੰਦੇਸ਼ ਹੈ, ਜਰੂਰ ਉਸ ਮਾਲਕ ਦਾ ਸ਼ੁਕਰ ਕਰਿਆ ਕਰੋ, ਇਹ ਪੰਕਤੀ ਜਰੂਰ ਬੋਲਿਆ ਕਰੋ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ। ਬੜੇ ਸੰਸਾਰ ਤੇ ਲੋਕ ਨੇ ਜਿਨ੍ਹਾਂ ਨੂੰ 2 ਵਕਤ ਦੀ 1 ਵਕਤ ਦੀ ਰੋਟੀ ਮਿਲਦੀ ਹੈ, ਦੂਸਰੇ ਦੀ ਉਹਨਾਂ ਨੂੰ ਚਿੰਤਾ ਹੁੰਦੀ ਹੈ। ਇਹ ਬੜੇ ਭਾਗਾਂ ਵਾਲੀ ਗੱਲ ਹੈ, ਉਹਦਾ ਸ਼ੁਕਰ ਕਰੀਏ ਕਿ ਸਤਿਗੁਰੂ ਸਾਨੂੰ ਤੂੰ ਬੜੇ ਸੁੱਖ ਦਿੱਤੇ ਨੇ, ਤੇਰਾ ਸ਼ੁਕਰ ਹੈ। ਦੁਨੀਆ ਤੇ ਬਹੁਤ ਇਹੋ ਜਿਹੇ ਲੋਕ ਨੇ ਜਿਨ੍ਹਾਂ ਦੀਆਂ ਲੋੜਾਂ ਪੂਰੀਆਂ ਨਹੀਂ ਹੋ ਰਹੀਆਂ, ਸ਼ੁਕਰ ਹੈ ਤੇਰਾ। ਸੋ ਬਹੁਤ ਵਧੀਆ ਬੇਟੇ, ਹੁਣ ਆਪਾਂ ਜਿਹੜਾ ਹੈ ਉਹ ਮਰਿਆਦਾ ਰਹਿਤ ਮਰਿਆਦਾ ਦੀ ਜਿਹੜਾ ਤੀਜਾ ਐਪੀਸੋਡ ਹੈ ਜੀ ਸਾਡਾ, ਇਹਦੀਆਂ ਹੀ ਗੱਲਾਂ ਬਾਤਾਂ ਬੱਚਿਆਂ ਨਾਲ ਕਰਨੀਆਂ ਨੇ। ਬੱਚਿਓ, ਜਿਹੜਾ ਜਦੋਂ ਅਸੀਂ ਗੁਰਦੁਆਰਾ ਸਾਹਿਬ ਵਿਖੇ ਜਾਂਦੇ ਹਾਂ, ਉਹ 3 ਜਾਂ 4 ਸਵਾਲ ਤੁਹਾਡੇ ਸਨਮੁਖ ਨੇ। ਪਹਿਲਾ ਸਵਾਲ ਜਗਜੀਤ ਸਿੰਘ ਬੇਟੇ ਤੁਹਾਡੇ ਕੋਲ ਆ, ਗੁਰਦੁਆਰੇ ਅੰਦਰ ਜਾ ਕੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਜੀ? ਗੁਰਦੁਆਰਾ ਸਾਹਿਬ ਜਾ ਕੇ ਨਿਮਰਤਾ ਸਹਿਤ ਹੱਥ ਜੋੜ ਕੇ ਵਾਰੀ ਸਿਰ ਮੱਥਾ ਟੇਕਣਾ, ਪੇਟਾਂ ਅੱਗੇ ਰੱਖਣੀ, ਆਰਾਮ ਨਾਲ ਗੋਲਕ ਵਿੱਚ ਪਾਣੀ, ਪੈਸੇ ਦੂਰੋਂ ਨਾ ਸੁੱਟਣੇ, ਮੱਥਾ ਟੇਕਣ ਉਪਰੰਤ ਸਾਧ ਸੰਗਤ ਦੇ ਦਰਸ਼ਨ ਕਰਕੇ ਮਨ ਵਿੱਚ ਸਹਿਜ ਨਾਲ ਫਤਿਹ ਬੁਲਾਣੀ। ਬਹੁਤ ਵਧੀਆ ਜੀ, ਜਰੂਰ ਆਪਾਂ ਇਹ ਚੇਤੇ ਰੱਖੀਏ। ਕਈ ਵਾਰੀ ਅਸੀਂ ਕਾਹਲੀ ਕਰਦੇ ਹਾਂ ਨਾ, ਕਈ ਵਾਰੀ ਬੜੇ ਵੱਡੇ ਸਮਾਗਮ ਹੁੰਦੇ ਨੇ, ਫਿਰ ਉੱਥੇ ਆਪਾਂ ਸਹਿਜ ਨਾਲ, ਹਾਂ ਉੱਥੇ ਖੜੇ ਹੋ ਕੇ ਵੀ ਅਸੀਂ ਕੰਨਾਂ ਨਾਲ ਬਾਣੀ ਸਰਵਣ ਕਰਦੀ, ਸਾਡੀ ਹਾਜ਼ਰੀ ਉੱਥੇ ਵੀ ਲੱਗ ਰਹੀ ਹੈ। ਇਹ ਨਹੀਂ ਵੀ ਮੱਥਾ ਟੇਕਣ ਲੱਗਿਆ ਉਸ ਤੋਂ ਬਾਅਦ ਹੀ ਗੁਰੂ ਸਾਹਿਬ ਨੇ ਕਿਹਾ ਵੀ ਤੇਰੀ ਹਾਜ਼ਰੀ ਲੱਗਣੀ ਹੈ, ਨਹੀਂ, ਉਹ ਤੇ ਇੱਕ ਸਤਿਕਾਰ ਦਾ ਹਿੱਸਾ ਹੈ। ਪਰ ਅਸਲ ਵਿੱਚ ਇਹ ਹੈ ਕਿ ਤੂੰ ਬਾਣੀ ਨੂੰ ਕਿੰਨਾ ਕੁ ਸੁਣਿਆ ਤੇ ਅਪਣਾਇਆ ਕਿੰਨਾ ਕੁ, ਅਮਲੀ ਰੂਪ ਚ ਕਿੰਨੇ ਕੁ ਲੈ ਕੇ ਆਂਦਾ। ਸੋ ਜਰੂਰ ਨਮਸਕਾਰ ਕਰਕੇ ਮਹਾਰਾਜ ਦੇ ਅੱਗੇ ਫਤਿਹ ਬੁਲਾਉਣੀ ਹੈ, ਮਨ ਵਿੱਚ ਹੀ ਦੋਨੋਂ ਪਾਸੇ, ਤੇ ਚੌਂਕੜਾ ਮਾਰ ਕੇ ਬਹਿ ਜਾਣਾ। ਬਹੁਤ ਵਧੀਆ ਗੁਰਬਾਣੀ ਕੌਰ, ਅਗਲੇ ਜਿਹੜੇ 3 ਜਿਹੜੇ ਪੁਆਇੰਟ ਨੇ ਉਹਨਾਂ ਬਾਰੇ ਇੱਥੋਂ ਹੀ ਜਾਰੀ ਰੱਖੋ, ਕੀ ਕਹਿਣਾ ਚਾਹੋਗੇ ਜੀ? जी, मत्था टेकन उपरंत जिथे थां मिले पिछे जाके चौंकड़ा मार के बैठ जाना, संगत विच बैठ नहीं करनिया, जे कोई जरूरी गल होवे तां बाहर उठ के चले जाना, गुरबानी कीर्तन व्याख्या आदि बहुत प्यार नाल सरवण करनी अते ध्यान नाल सुननी जी। वाह जी वाह, ਇਹ ਗੱਲਾਂ ਬੜੀਆਂ ਜ਼ਰੂਰੀ ਹੈ ਗੁਰੂ ਕੀ ਸਿੱਖੋ। ਸਚਿਆਰ ਸਿੱਖ ਬੈਠੇ ਸਤਿਗੁਰ ਪਾਸ, ਕੁੜਿਆਰ ਕੁੜਿਆਰੀ ਜਾਏ ਰਲੇ। ਅਸੀਂ ਇਹੋ ਜਿਹੇ ਨਹੀਂ ਬਣਨਾ, ਅਸੀਂ ਕੁੜਿਆਰ ਨਹੀਂ ਬਣਨਾ, ਅਸੀਂ ਸੱਚੇ ਸਿੱਖ ਬਣਨਾ। ਸੱਚੇ ਸਿੱਖ ਤਾਂ ਹੀ ਬਣਿਆ ਜਾਂਦਾ ਜੋ ਕੀਰਤਨ ਕਥਾ ਹੋ ਰਹੀ ਹੈ ਉਹਨੂੰ ਧਿਆਨ ਨਾਲ ਸੁਣਨਾ, ਗੁਰੂ ਦੇ ਉਪਦੇਸ਼ ਨੂੰ ਧਿਆਨ ਦੇ ਨਾਲ ਸੁਣਨਾ ਹੀ ਸਾਡੀ ਉੱਥੇ ਹਾਜ਼ਰੀ ਹੈ। ਅਨਾ ਤਾਂ ਸ਼ਰੀਰ ਕਰਕੇ ਬੈਠੇ ਆ, ਜਿਹੜਾ ਹੈ ਮਨ ਕਿਤੇ ਹੋਰ ਉਡਾਰੀ ਮਾਰਦਾ ਪਿਆ, ਕਾਲਾਪਨ ਨਹੀਂ, ਉੱਥੇ ਬਹਿ ਕੇ ਅਸੀਂ ਜੀਵਨ ਸਫਲਾ ਕਰਨਾ। ਅੰਮ੍ਰਿਤਪਾਲ ਸਿੰਘ ਬੇਟੇ, ਹੋਰ ਕਿਹੜੇ ਪੁਆਇੰਟ ਨੇ ਜਿਹੜੇ ਜਿਨ੍ਹਾਂ ਗੱਲਾਂ ਦਾ ਖਿਆਲ ਰੱਖਣ ਦੀ ਲੋੜ ਹੈ ਜੀ? ਅਰਦਾਸ ਹੋਣ ਸਮੇਂ ਨਿਮਰਤਾ ਸਹਿਤ ਦੋਨੋਂ ਹੱਥ ਜੋੜ ਕੇ ਇਕਾਗਰਚਿਤ ਖੜੇ ਹੋਣਾ, ਹੁਕਮਨਾਮਾ ਪੂਰੇ ਸਤਿਕਾਰ ਨਾਲ ਇਕਾਗਰਚਿਤ ਹੋ ਕੇ ਸੁਣਨਾ ਪਰ ਨਾਲ ਨਹੀਂ ਬੋਲਣਾ, ਕੜਾਹ ਪ੍ਰਸ਼ਾਦੀ ਦੇਗ ਹਮੇਸ਼ਾ ਬੈਠ ਕੇ ਲੈਣੀ, ਕਾਹਲੀ ਨਹੀਂ ਕਰਨੀ, ਗੁਰੂ ਸਾਹਿਬ ਦੀ ਆਗਿਆ ਲੈ ਕੇ ਭਾਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਗੁਰਦੁਆਰੇ ਤੋਂ ਬਾਹਰ ਆਉਣਾ। ਵਾਹ ਜੀ ਵਾਹ, ਬਹੁਤ ਵਧੀਆ। ਦੇਖੋ ਬੜੀਆਂ ਕੀਮਤੀ ਗੱਲਾਂ ਨੇ, ਇਹਨਾਂ ਦੀ ਡੂੰਘਾਈ ਵਿੱਚ ਸੋਚਿਓ ਥੋੜਾ ਜਿਹਾ, ਕਿ ਹੱਥ ਜੋੜ ਕੇ ਨਿਮਰਤਾ ਨਾਲ ਖੜੇ ਹੋਣਾ। ਪਰ ਜਦੋਂ ਅਰਦਾਸ ਤੋਂ ਬਾਅਦ ਹੁਕਮਨਾਮਾ ਸ਼ੁਰੂ ਹੋ ਜਾਂਦਾ ਨਾ, ਹੁਕਮਨਾਮਾ ਪੂਰਾ ਚੱਲੀ ਜਾਂਦਾ, ਪਰ ਸਾਡੀ ਸੰਗਤ ਮੱਥਾ ਟੇਕਣਾ ਸ਼ੁਰੂ ਕਰ ਦਿੰਦੀ ਹੈ। ਕਿਉਂ ਬਈ? ਅਰਦਾਸ ਦੀ ਜੇ ਮਹੱਤਤਾ ਹੈ ਤਾਂ ਹੁਕਮ ਦੀ ਵੀ, ਸ਼ਬਦ ਗੁਰਬਾਣੀ ਦੀ ਵੀ ਤਾਂ ਮਹੱਤਤਾ ਹੈ ਨਾ। ਜਿੱਥੇ ਜਿੱਥੇ ਤੁਸੀਂ ਬੈਠੇ ਖੜੇ ਹੋ, ਜਾਂ ਖੜੇ ਹੋ ਕੇ ਸੁਣ ਲਓ ਜਾਂ ਬਹਿ ਕੇ ਸੁਣ ਲਓ, ਪਰ ਕਾਹਲੀ ਨਾ ਕਰੋ। ਅਰਦਾਸ ਤੋਂ ਬਾਅਦ ਜਦੋਂ ਹੁਕਮਨਾਮਾ ਸ਼ੁਰੂ ਹੋ ਗਿਆ, ਉਹ ਤੋਂ ਬੈਠ ਜਾਓ, ਉਹਨੂੰ ਸਰਵਣ ਕਰੋ, ਮੱਥਾ ਨਹੀਂ ਟੇਕਣਾ, ਕਿਉਂਕਿ ਗੁਰੂ ਦਾ ਹੁਕਮ ਹੈ। ਅਸੀਂ ਹੁਕਮ ਨਹੀਂ ਸੁਣ ਰਹੇ, ਅਸੀਂ ਵਾਹੋ ਦਾਹੀ ਮੱਥਾ ਟੇਕੀ ਜਾ ਰਹੇ ਹਾਂ, ਫਿਰ ਸ਼ੋਰ ਪੈ ਰਿਹਾ, ਗੋਲਕ ਚ ਪੈਸੇ ਦੀ ਖੜਾਕ ਆ ਰਿਹਾ। ਜਦੋਂ ਹੁਕਮਨਾਮਾ ਸਮਾਪਤ ਹੋ ਜਾਵੇ, ਉਸ ਵੇਲੇ ਤੁਸੀਂ ਉੱਠ ਕੇ ਫਿਰ ਦੁਬਾਰਾ ਮੱਥਾ ਟੇਕ ਸਕਦੇ ਹੋ। ਬਹੁਤ ਵਧੀਆ ਬੱਚੇ, ਬੜੇ ਸੁਚੱਜੇ ਢੰਗ ਨਾਲ ਆਪ ਜੀਆਂ ਨੇ ਜਵਾਬ ਦਿੱਤੇ ਨੇ। ਅਗਲਾ ਸਵਾਲ ਜਗਜੀਤ ਸਿੰਘ ਬੇਟੇ ਤੁਹਾਡੇ ਕੋਲ, ਗੁਰਦੁਆਰੇ ਵਿੱਚ ਕਿਸ ਕਿਸਮ ਦੀ ਸੇਵਾ ਕੀਤੀ ਜਾ ਸਕਦੀ ਹੈ? ਗੁਰਦੁਆਰਾ ਸਾਹਿਬ ਵਿੱਚ ਝਾੜੂ, ਦਰੀਆਂ, ਚਾਦਰਾਂ ਦੀ ਸਫਾਈ, ਜੋੜੇ ਸਾਫ਼ ਕਰਨ ਦੀ ਸੇਵਾ, ਪਾਣੀ ਪੱਖੇ ਦੀ ਸੇਵਾ, ਲੰਗਰ ਦੀ ਸੇਵਾ, ਜੂਠੇ ਬਰਤਨ ਸਾਫ਼ ਕਰਨ ਦੀ ਸੇਵਾ, ਰੁਮਾਲਿਆਂ ਨੂੰ
ਘਰੋਂ ਧੋ ਕੇ ਪ੍ਰੈਸ ਕਰਕੇ ਲਿਆਉਣ ਦੀ ਸੇਵਾ, ਪ੍ਰਚਾਰ ਦੀ ਸੇਵਾ, ਬੱਚਿਆਂ ਨੂੰ ਕੀਰਤਨ ਤੇ ਸ਼ੁੱਧ ਪਾਠ ਸਿਖਾਉਣ ਦੀ ਸੇਵਾ ਆਦਿ ਕੋਈ ਨਾ ਕੋਈ ਸੇਵਾ ਕਰਨੀ ਜ਼ਰੂਰੀ ਹੈ। ਬਿਲਕੁਲ ਜੀ, ਫਰਜ਼ ਹੈ, ਸਿੱਖਿਆ ਦਾ ਕੇਂਦਰ ਹੈ ਤੇ ਅਸੀਂ ਸਿੱਖਣਾ। ਮੈਂ ਕਈ ਵਾਰੀ ਨਾ ਸੋਚਦਾ ਵੀ ਅਸੀਂ ਉੱਥੇ ਤਾਂ ਜਦੋਂ ਲੰਗਰ ਛਕਦੇ ਆ ਨਾ, ਭਾਂਡੇ ਖੋ ਖੋ ਕੇ ਅਸੀਂ ਲੈਂਦੇ ਆ, ਮਤਲਬ ਖੋ ਕੇ ਤਾਂ ਮੇਰਾ ਮਤਲਬ ਹੈ ਵੀ ਅਸੀਂ ਬੜਾ ਉਹ ਕਰਦੇ ਆ ਵੀ ਮੈਂ ਬਰਤਨ ਦੀ ਧੋਣ ਦੀ ਸੇਵਾ, ਕਹਿੰਦੇ ਵੀ ਸੇਵਾ ਹੈ। ਤੇ ਘਰ ਆਣ ਕੇ ਕੀ ਹੁੰਦਾ ਜੀ, ਸਾਨੂੰ ਅਸੀਂ ਇੱਕ ਦੂਜੇ ਦੇ ਬਰਤਨ ਫੜਨ ਨੂੰ ਤਿਆਰ ਨਹੀਂ ਆ। ਠੀਕ ਹੈ, ਸਾਨੂੰ ਜਾਂਚ ਹੋਣੀ ਚਾਹੀਦੀ, ਆਪਾਂ ਆਪਣਾ ਕੰਮ ਕਰੀਏ, ਪਰ ਜੇ ਅਸੀਂ ਉੱਥੇ ਕਰਦੇ ਆ ਤੇ ਇੱਥੇ ਘਰੇ ਆਣ ਕੇ ਕਿਉਂ ਨਹੀਂ? ਬਜ਼ੁਰਗਾਂ ਨੂੰ ਅਸੀਂ ਪ੍ਰਸ਼ਾਦਾ ਪਾ ਕੇ ਦੇ ਸਕਦੇ ਹਾਂ, ਬੈਠਿਆਂ ਨੂੰ ਸੇਵਾ ਕਰ ਸਕਦੇ ਹਾਂ, ਕਿਸੇ ਦੇ ਭਾਂਡੇ ਉਠਾ ਸਕਦੇ ਹਾਂ, ਧੋ ਸਕਦੇ ਹਾਂ। ਉੱਥੇ ਅਸੀਂ ਕੋਈ ਵਿਤਕਰਾ ਨਹੀਂ ਆ, ਕਿਸੇ ਜਾਤ ਦਾ ਕਿਸੇ ਪਾਤ ਦਾ ਆ ਜਾਵੇ ਤੇ ਬਾਹਰ ਆ ਕੇ ਫਿਰ ਅਸੀਂ ਕਿਸੇ ਦਾ ਜਿਹੜਾ ਹੈ ਉਹ ਭਾਂਡਾ ਚੁੱਕਣ ਨੂੰ ਤਿਆਰ ਨਹੀਂ ਆ। ਇਹ ਸਿੱਖਣ ਦਾ ਕੇਂਦਰ ਹੈ, ਇੱਥੋਂ ਸਿੱਖ ਕੇ ਅਸੀਂ ਬਾਹਰ ਜਾ ਕੇ ਅਪਣਾਉਣਾ ਹੈ, ਅਮਲੀ ਰੂਪ ਵਿੱਚ ਅਪਣਾਉਣਾ ਹੈ। ਠੀਕ ਹੈ ਜੀ, ਗੁਰਦੁਆਰੇ ਦੇ ਵਿੱਚ ਬੱਚਿਆਂ ਨੂੰ ਧਾਰਮਿਕ ਵਿੱਦਿਆ ਦੇਣੀ, ਇਹ ਵੀ ਇੱਕ ਬੜੀ ਵੱਡੀ ਸੇਵਾ। ਕਿਸੇ ਨੂੰ ਸ਼ਬਦ ਨਾਲ ਜੋੜਨਾ, ਸਭ ਤੋਂ ਵੱਡੀ ਸੇਵਾ ਇਹ ਹੈ, ਉੱਤਮ ਸੇਵਾ ਹੈ। ਸੋ ਜ਼ਰੂਰ ਚੇਤੇ ਰੱਖੀਏ। ਗੁਰਬਾਣੀ ਕੌਰ ਬੇਟੇ, ਮੱਥਾ ਟੇਕਣ ਸਮੇਂ, ਜੋੜੇ ਜਮਾ ਕਰਾਉਣ ਤੇ ਲੈਣ ਸਮੇਂ, ਲੰਗਰ ਛਕਣ ਸਮੇਂ ਸਾਨੂੰ ਕਿਹੜਾ ਨਿਯਮ ਅਪਣਾਉਣਾ ਚਾਹੀਦਾ? ਜੀ ਕਤਾਰ ਵਿੱਚ ਖੜੋ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ। ਬਿਲਕੁਲ ਜੀ, ਕਾਹਲੀ ਨਹੀਂ ਕਰਨੀ, ਜਿਹੜਾ ਅਕਸਰ ਅਸੀਂ ਦੇਖਦੇ ਹਾਂ ਤੇ ਹਰ ਬੰਦਾ ਉੱਤੇ ਤੇ ਖੜ ਕੇ ਮੈਨੂੰ ਮਿਲ ਜੇ ਪਹਿਲਾਂ, ਮੈਨੂੰ ਮਿਲ ਜੇ, ਨਹੀਂ। ਬੜਾ ਡਿਸਿਪਲਿਨ ਜਿਹੜਾ ਸਿੱਖੀ ਵਿੱਚ, ਸਿੱਖੀ ਨਾ ਹੀ ਧਰਮ, ਜਿਹੜਾ ਧਰਮ ਦਾ ਮਤਲਬ ਕੀ ਹੈ? ਡਿਸਿਪਲਿਨ, ਅਨੁਸ਼ਾਸਨ ਵਿੱਚ ਰਹਿ ਕੇ ਚੱਲਣਾ, ਸੱਚ ਦੇ ਪਹਿਰੇਦਾਰ ਬਣਨਾ। ਬਹੁਤ ਵਧੀਆ। ਅੰਮ੍ਰਿਤਪਾਲ ਸਿੰਘ, ਗੁਰਦੁਆਰੇ ਜਾਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹਰ ਰੋਜ਼ ਕਦੋਂ ਹੋਵੇ? ਗੁਰਦੁਆਰੇ ਜਾਂ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਅੰਮ੍ਰਿਤ ਵੇਲੇ ਪੌ ਫਟਾਲੇ ਤੋਂ ਪਹਿਲਾਂ, ਭਾਵ ਸੂਰਜ ਆਉਣ ਤੋਂ ਪਹਿਲਾਂ ਹੀ ਹੋਵੇ। ਬਿਲਕੁਲ ਜੀ, ਇਹ ਮਰਿਆਦਾ ਜਿਹੜੀ ਹੈ ਸਾਡੀ ਹੈ ਵੀ ਪ੍ਰਕਾਸ਼ ਜਿਹੜਾ, ਕਿਉਂਕਿ ਗੁਰਬਾਣੀ ਦਾ ਪਾਠ ਕਰਨਾ ਹੁੰਦਾ ਤੇ ਜੇ ਕਿਸੇ ਨੇ ਆਣ ਕੇ ਨਮਸਕਾਰ ਵੀ ਕਰਨੀ ਹੈ ਤਾਂ ਉਹ ਵੀ ਕਰ ਸਕਦਾ। ਬਹੁਤ ਵਧੀਆ। ਜਗਜੀਤ ਸਿੰਘ ਬੇਟੇ, ਦੀਵਾਨ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਕੀ ਕੋਈ ਗੈਰ ਸਿੱਖ ਬੈਠ ਸਕਦਾ? ਦੀਵਾਨ ਸਮੇਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆਂ ਕੋਈ ਗੈਰ ਸਿੱਖ ਨਹੀਂ ਬੈਠ ਸਕਦਾ। ਦੀਵਾਨ ਸਮੇਂ ਕੇਵਲ ਸਿੱਖ ਮਰਦ ਜਾਂ ਇਸਤਰੀ ਹੀ ਬੈਠਣ ਦਾ ਅਧਿਕਾਰੀ ਹੈ। ਬਿਲਕੁਲ ਜੀ, ਕਈ ਵਾਰੀ ਅਸੀਂ ਇਹਨਾਂ ਚੀਜ਼ਾਂ ਤੇ ਨਾ ਬੜੀ ਜਿੱਦ ਕਰਦੇ ਹਾਂ, ਮੈਂ ਸਿੱਖ ਨਹੀਂ ਜੀ, ਮੈਂ ਸਿੱਖ ਨਹੀਂ ਜੀ, ਮੈਂ ਸਿੱਖ ਨਹੀਂ। ਮਤਲਬ ਬੜਾ ਨਾ ਸਾਡਾ ਉਹ, ਹੁਣ ਕਈ ਵਾਰੀ ਮੈਂ ਹੈਰਾਨ ਹੋਇਆ ਵੀ ਇੱਕ ਬੱਸ ਦਾ ਡਰਾਈਵਰ ਆ, ਉਹਦੇ ਕੋਲ ਲਾਇਸੈਂਸ ਹੈ, ਅਥਾਰਟੀ ਹੈ ਕਿ ਉਹ ਬੱਸ ਚਲਾਉਂਦਾ, ਜਾਂ ਐਰੋਪਲੇਨ, ਪਲੇਨ ਦੀ ਗੱਲ ਲਾ ਲਓ, ਕਿਸੇ ਦੀ ਵੀ ਲਾ ਲਓ। ਹੁਣ ਹਰ ਸਵਾਰੀ ਉੱਠ ਕੇ ਕਵੇ ਕਿ ਮੈਂ ਚਲਾਉਣਾ, ਇਹ ਤੇ ਨਹੀਂ ਨਾ ਹੋ ਸਕਦਾ। ਜਿਹੜਾ ਬੰਦਾ ਉਸ ਚੀਜ਼ ਦੇ ਕਾਬਲ ਹੈ ਉਹੀ ਹੀ ਬੰਦਾ ਹੱਕਦਾਰ ਹੈ। ਜੇ ਅਸੀਂ ਸਿੱਖ ਹੀ ਨਹੀਂ ਆ ਅਖਾਉਣ ਦੇ, ਜਾਂ ਉਹ ਸਿੱਖੀ ਰਹਿਤ ਸਾਡੇ ਵਿੱਚ ਪੂਰੀ ਨਹੀਂ ਆ, ਤੇ ਫਿਰ ਅਸੀਂ ਗੁਰੇਜ਼ ਕਰੀਏ, ਬਹਿਸ ਨਾ ਕਰੀਏ। ਇਹਨਾਂ ਗੱਲਾਂ ਕਰਕੇ ਕੁਛ ਨਹੀਂ ਹੋਣਾ। ਗੁਰਬਾਣੀ ਸਾਨੂੰ ਸਚਿਆਰਾ ਜੀਵਨ ਜਿਉਣ ਦੀ ਜਾਂਚ ਦਿੰਦੀ ਹੈ। ਜੇ ਕਰ ਵੀ ਲਓਗੇ ਜ਼ਬਰਦਸਤੀ, ਤੇ ਫਿਰ ਗੁਰੂ ਦੀ ਖੁਸ਼ੀ ਥੋੜਾ ਲੈ ਲਵਾਂਗੇ ਅਸੀਂ। ਲੜਾਈ ਝਗੜੇ ਨਾ ਕਰੀਏ। ਉੱਥੇ ਸਿਰਫ ਜਿਹੜਾ ਕਾਬਲ ਬੰਦਾ ਹੈ ਉਹੀ ਹੀ ਉਹਨੂੰ ਸੇਵਾ ਕਰਨ ਦਾ ਅਸੀਂ ਜਿਹੜਾ ਹੈ ਕਹੀਏ, ਔਰ ਵਿੱਚ ਉਹਦੇ ਕੋਈ ਵੀ ਆਪਾਂ ਦਖਲਅੰਦਾਜ਼ੀ ਨਾ ਕਰੀਏ। ਇਹ ਸਾਡੀ ਬੇਨਤੀ ਹੈ। ਜੇ ਮੰਨੋਗੇ ਗੱਲ ਨੂੰ ਤੇ ਠੀਕ ਰਹੋਗੇ, ਨਹੀਂ ਹੈ ਤਾਂ ਫਿਰ ਜੋ ਚੱਲਦਾ ਉਹ ਤਾਂ ਆਪ ਨੂੰ ਪਤਾ ਹੀ ਹੈ। ਸੋ ਅਗਲਾ ਸਵਾਲ ਬੇਟੇ, ਅੰਮ੍ਰਿਤਪਾਲ ਸਿੰਘ, ਕੀ ਸੰਗਤ ਨੂੰ ਪਾਠ ਕੋਈ ਗੈਰ ਸਿੱਖ ਸੁਣਾ ਸਕਦਾ? ਨਹੀਂ ਜੀ, ਸੰਗਤ ਨੂੰ ਪਾਠ ਕੇਵਲ ਸਿੱਖ ਮਰਦ ਜਾਂ ਇਸਤਰੀ ਹੀ ਸੁਣਾ ਸਕਦਾ ਹੈ। ਆਪਣੇ ਲਈ ਪਾਠ ਕੋਈ ਗੈਰ ਸਿੱਖ ਵੀ ਕਰ ਸਕਦਾ ਹੈ। ਬਿਲਕੁਲ ਜੀ, ਆਪਣੇ ਲਈ ਪਾਠ ਕੋਈ ਕਰ ਸਕਦਾ ਘਰ ਵਿੱਚ, ਪਰ ਕਿਉਂਕਿ ਉਹ ਮੈਸੇਜ ਜਾਣਾ, ਸੁਨੇਹਾ ਜਾਣਾ, ਉਹਦੇ ਲਈ ਜਿਹੜਾ ਹੈ ਰਹਿਤ ਪਰਪੱਕ ਉਹ ਹੋਣਾ ਚਾਹੀਦਾ। ਸੌਰੀ, ਗੁਰਬਾਣੀ ਕੌਰ ਦਾ ਸਵਾਲ ਜਿਹੜਾ ਮਿਸ ਹੋ ਗਿਆ, ਮੈਂ ਦੁਬਾਰਾ ਤੁਹਾਨੂੰ ਕਰਦਾ ਜੀ। ਗੁਰਬਾਣੀ ਕੌਰ, ਕੀ ਸੰਗਤ ਜਿਹੜਾ ਕੀਰਤਨ ਕਿਸ ਨੂੰ ਆਖਦੇ ਹਨ? ਉਹਦੀ ਡੈਫੀਨੇਸ਼ਨ ਕੀ ਹੈ ਕੀਰਤਨ ਦੀ? ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਨੂੰ ਅਸੀਂ ਕੀਰਤਨ ਆਖਦੇ ਹਾਂ। ਵਾਹ ਜੀ ਵਾਹ। ਗੁਰਬਾਣੀ ਨੂੰ ਰਾਗਾਂ ਵਿੱਚ ਗਾਇਨ ਕਰਨ ਨੂੰ ਅਸੀਂ ਕੀਰਤਨ ਆਖਦੇ ਹਾਂ। ਕੀਰਤਨ ਐਕਚੁਅਲੀ ਸਿਫਤ ਸਲਾਹ ਆ। ਮੈਂ ਕਈ ਵਾਰੀ ਬੇਨਤੀ ਕਰਦਾ ਵੀ ਵਾਜੇ ਤਬਲੇ ਨਾਲ ਕਰਕੇ ਉਹ ਕਹਿੰਦੇ ਨੇ ਕੀਰਤਨ ਹੋਣ ਲੱਗਾ ਜੀ। ਗੁਰਬਾਣੀ ਨਹੀਂ ਇਸ ਚੀਜ਼ ਨੂੰ ਮੰਨਦੀ। ਅਸੀਂ ਕਹਿੰਦੇ ਨਾ ਕੀਰਤਨ ਹੋ ਰਿਹਾ, ਬੰਦਾ ਊਠਤ ਬੈਠਤ ਸੋਵਤ ਧਿਆਈ ਹੈ, ਇਹ ਵੀ ਕੀਰਤਨ ਹੀ ਹੈ। ਕੀਰਤਨ ਦਾ ਮਤਲਬ ਕੀ? ਸਿਫਤ ਸਲਾਹ। ਇਹ ਜ਼ਰੂਰੀ ਨਹੀਂ ਵਾਜੇ ਤਬਲੇ ਨਾਲ ਹੀ ਕੀਰਤਨ ਹੋਣਾ ਹੈ,
ਬੰਦਾ ਗਾ ਕੇ ਸਫ਼ਰ ਤੇ ਜਾ ਰਿਹਾ, ਸਕੂਲ ਜਾ ਰਿਹਾ, ਸ਼ਬਦ ਗਾਣਾ ਸ਼ੁਰੂ ਕਰ ਦੇ, ਉਹ ਕੀ ਆ? ਉਹ ਕੀਰਤਨ ਹੀ ਹੈ। ਕਿਉਂ ਨਹੀਂ ਕੀਰਤਨ? ਉਹ ਸਿਫਤ ਸਲਾਹ ਨੂੰ ਕੀਰਤਨ ਕਿਹਾ। ਜਿੱਥੇ ਵੀ ਤੁਸੀਂ ਚੱਲਦੇ ਹੋ, ਦੁਕਾਨ ਤੇ ਬੈਠੇ ਹੋ, ਗਾ ਰਹੇ ਹੋ, ਸਫ਼ਰ ਕਰ ਰਹੇ ਹੋ, ਕਿਤੇ ਜਾ ਰਹੇ ਹੋ, ਸੁੱਤਿਆਂ ਪਿਆ ਵੀ ਗੁਣ ਗਣਾਓ, ਉਹ ਵੀ ਗੁਰਬਾਣੀ ਦਾ ਕੀਰਤਨ ਹੈ। ਇਹ ਆਪਾਂ ਜ਼ਰੂਰ ਚੇਤੇ ਰੱਖੀਏ। ਬਹੁਤ ਵਧੀਆ। ਜਗਜੀਤ ਸਿੰਘ ਬੇਟੇ, ਸੰਗਤ ਵਿੱਚ ਕੀਰਤਨ ਕੌਣ ਕਰ ਸਕਦਾ ਹੈ? ਸੰਗਤ ਵਿੱਚ ਕੀਰਤਨ ਕੇਵਲ ਸਿੱਖ ਮਰਦ ਜਾਂ ਇਸਤਰੀ ਹੀ ਕਰ ਸਕਦਾ ਹੈ। ਬਿਲਕੁਲ ਜੀ। ਇਹ ਫਿਰ ਉਹੀ ਗੱਲ ਆ ਜਾਂਦੀ ਹੈ ਵੀ ਅਸੀਂ ਜ਼ਰੂਰ ਇਸ ਚੀਜ਼ ਦਾ ਖਿਆਲ ਰੱਖੀਏ ਵੀ ਉਹਦਾ ਮੈਸੇਜ ਜਿਹੜਾ ਹੈ, ਸੁਨੇਹਾ ਜਿਹੜਾ ਜਾਏਗਾ ਵੀ ਆਹ ਸਿੱਖ ਹੈ। ਨਹੀਂ ਤੇ ਪ੍ਰਭਾਵ ਫਿਰ ਸ਼ਖਸੀਅਤ ਦਾ ਪ੍ਰਭਾਵ, ਜਿਹੜਾ ਮਰਜੀ ਆਣ ਕੇ ਜਿਹੋ ਜਿਹੇ ਢੰਗ ਨਾਲ ਉਹਦੇ ਕਰਮ ਨੇ ਉਹ ਬੰਦਾ ਕਰੀ ਜਾਵੇਗਾ ਤੇ ਫਿਰ ਉਹ ਗੱਲ ਨਹੀਂ ਬਣੇਗੀ। ਉਹ ਸਾਡੇ ਸੁਣਨ ਵਾਲਿਆਂ ਤੇ ਜਿਹੜਾ ਉਹਦਾ ਪ੍ਰਭਾਵ ਨਹੀਂ ਪਏਗਾ। ਗੁਰਬਾਣੀ ਕੌਰ ਬੇਟੇ, ਸ਼ਬਦ ਨੂੰ ਜੋਟੀਆਂ ਦੀ ਧਾਰਨਾ ਜਾਂ ਰਾਗ ਨਾਲ ਪੜ੍ਹਦੇ ਹੋਏ ਬਾਹਰ ਦੀਆਂ ਮਨਘੜਤ ਵਾਧੂ ਤੁਕਾਂ ਲਾ ਕੇ ਪੜ੍ਹਨਾ ਕੀ ਯੋਗ ਹੈ? ਜੀ ਨਹੀਂ, ਇਹ ਯੋਗ ਨਹੀਂ ਹੈ। ਸ਼ਬਦ ਦੀ ਤੁਕ ਨੂੰ ਹੀ ਧਾਰਨਾ ਬਣਾਈ ਜਾਵੇ। ਬਿਲਕੁਲ ਜੀ। ਅੱਜ ਦੇਖਿਆ ਨਾ ਤੁਸੀਂ, ਹੁਣ ਬਹੁਤ ਸਾਰੀਆਂ ਸੋਸ਼ਲ ਮੀਡੀਆ ਤੇ ਆਹੀ ਕੁਝ ਦੇਖਦੇ ਹੋ ਨਾ। ਪਿੱਛੇ ਜੇ ਇੱਕ ਰੌਲਾ ਵੀ ਪਿਆ, ਇੱਕ ਰਾਗੀ ਨੇ ਉਹ ਧਾਰਨਾ ਗਾਈਆਂ, ਆਮ ਧਾਰਨਾ ਦੀ ਮਨਾਈ ਹੈ। ਫਿਰ ਕਿਸੇ ਦੀ ਸਿਫਤ ਸਲਾਹ ਜਿਹੜੀ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਨਹੀਂ, ਉਹਦੇ ਦੁਆਰ ਦੇ ਉੱਤੇ, ਉਹਦੇ ਹਜ਼ੂਰੀ ਦੇ ਵਿੱਚ ਨਹੀਂ ਗਾਈ ਜਾ ਸਕਦੀ। ਕੱਚੀ ਬਾਣੀ, ਕੱਚੀਆਂ ਧਾਰਨਾ ਗਾਉਣੀਆਂ ਮਨਮਤ ਹੈ, ਮਨ ਘੜਤ ਹੈ। ਹਾਂ, ਉਸ ਸ਼ਬਦ ਦੀ ਰਹਾਉ ਦੀ ਪੰਕਤੀ ਦੀ ਤੁਸੀਂ ਧਾਰਨਾ ਬਣਾ ਕੇ ਗਾ ਸਕਦੇ ਹੋ। ਜਿਵੇਂ ਰਾਖਾ ਏਕ ਹਮਾਰਾ ਸੁਆਮੀ, ਇਹਦੀ ਧਾਰਨਾ ਬਣਾ ਕੇ ਤੁਸੀਂ ਗਾ ਸਕਦੇ ਹੋ। ਲੇਕਿਨ ਮਨ ਘੜੰਤ ਕਹਾਣੀਆਂ ਜਿਹੜੀਆਂ ਗੰਢੀਆਂ ਹੋਈਆਂ ਆਪਣੇ ਕੋਲੋਂ, ਉਹ ਅਸੀਂ ਨਹੀਂ ਗਾ ਸਕਦੇ। ਇਹ ਗੁਰੂ ਦਾ ਸੱਚੀ ਬਾਣੀ, ਤਾਂ ਹੀ ਕਿਹਾ ਨਾ, ਗਾਵੋ ਸੱਚੀ ਬਾਣੀ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਹੁਤ ਵਧੀਆ। ਅੰਮ੍ਰਿਤਪਾਲ ਸਿੰਘ ਬੇਟੇ, ਅਗਲਾ ਸਵਾਲ ਆ, ਕੀ ਸੰਗਤ ਵਿੱਚ ਕਿਸੇ ਇੱਕੋ ਸਮੇਂ ਪਾਠ ਦੇ ਨਾਲ ਕੀਰਤਨ, ਕਥਾ ਜਾਂ ਵਿਖਿਆਨ ਕੀਤਾ ਜਾ ਸਕਦਾ ਹੈ? ਸੰਗਤ ਵਿੱਚ ਇੱਕੋ ਸਮੇਂ ਇੱਕੋ ਚੀਜ਼ ਹੋਣੀ, ਇੱਕੋ ਗੱਲ ਹੋਣੀ ਚਾਹੀਦੀ ਹੈ, ਜਾਂ ਪਾਠ ਜਾਂ ਕਥਾ ਜਾਂ ਕੀਰਤਨ ਜਾਂ ਵਿਖਿਆਨ। ਬਿਲਕੁਲ ਜੀ, ਬਿਲਕੁਲ। ਇੱਕੋ ਸਮੇਂ ਇੱਕ ਹੀ ਗੱਲ ਹੋਣੀ। ਇੱਕ ਕਲਾਸ ਦੇ ਵਿੱਚ ਮੈਥ ਦਾ ਟੀਚਰ ਵੀ ਆ ਜਾਵੇ, ਸਾਇੰਸ ਦਾ ਵੀ ਆ ਜਾਵੇ, ਉਹ ਪੜ੍ਹਾਈ ਜਾਣ, ਕੀ ਸਮਝ ਲੱਗੂ ਜੀ ਬੱਚਿਆਂ ਨੂੰ? ਆਪਾਂ ਜ਼ਰੂਰ ਇਸ ਗੱਲ ਧਿਆਨ ਦਈਏ ਵੀ ਇੱਕ ਸਮੇਂ ਇੱਕ ਹੀ ਗੱਲ ਹੋਣੀ ਚਾਹੀਦੀ ਹੈ। ਸੋ ਅਗਲਾ ਸਵਾਲ ਫਿਰ ਜਗਜੀਤ ਸਿੰਘ ਬੇਟੇ ਤੁਹਾਡੇ ਕੋਲ ਹੈ। ਸੰਗਤ ਕਥਾ ਦਾ ਮਨੋਰਥ ਕੀ ਹੋਣਾ ਚਾਹੀਦਾ? ਕਥਾ ਦਾ ਮਨੋਰਥ ਗੁਰਮਤਿ ਦ੍ਰਿੜ ਕਰਾਉਣਾ ਹੀ ਹੋਣਾ ਚਾਹੀਦਾ ਹੈ। ਦ੍ਰਿੜ ਕਰਾਉਣਾ ਹੀ ਹੋਣਾ ਚਾਹੀਦਾ। ਬਿਲਕੁਲ ਠੀਕ ਹੈ ਬੇਟੇ। ਅਗਲਾ ਸਵਾਲ ਆ, ਕੀ ਗੁਰਬਾਣੀ ਕੌਰ, ਕੀ ਸਿੱਖ ਲੜਕੇ ਲੜਕੀ ਦਾ ਵਿਆਹ ਜਾਤ ਪਾਤ ਜਾਂ ਗੋਤ ਦੀ ਵਿਚਾਰ ਕਰਕੇ ਕੀਤਾ ਜਾਣਾ ਚਾਹੀਦਾ? ਜੀ ਨਹੀਂ, ਸਿੱਖ ਲੜਕੇ ਲੜਕੀ ਦਾ ਵਿਆਹ ਬਿਨਾਂ ਜਾਤ ਪਾਤ ਤੇ ਗੋਤ ਵਿਚਾਰ ਦੇ ਹੋਣਾ ਚਾਹੀਦਾ ਹੈ। ਬਿਲਕੁਲ ਜੀ। ਹਾਂ, ਸਿੱਖ ਇਹ ਗੱਲ ਜ਼ਰੂਰ ਹੋਵੇ, ਸਿੱਖ ਪਰਿਵਾਰ ਵਿੱਚ ਹੋਣਾ ਚਾਹੀਦਾ। ਕਿਸੇ ਜਾਤ ਬਰਾਦਰੀ ਦਾ ਕੋਈ ਨਹੀਂ ਕਰਨਾ, ਪਰ ਹੁੰਦਾ ਨਹੀਂ ਹੈ। ਆਪਾਂ ਬੜੀ ਵੱਡੀ ਗੱਲ ਆ ਇਹ। ਬਹੁਤ ਘੱਟ ਪਰਿਵਾਰ ਹੋਣਗੇ ਜਿਹੜੇ ਇਸ ਤਰ੍ਹਾਂ ਜਿਹੜੇ ਮੰਨਦੇ ਹੋਣਗੇ ਜਾਂ ਚੱਲਦੇ ਹੋਣਗੇ। ਬਹੁਤਾ ਸਾਡੀ ਜਾਤ ਪਾਤ ਦਾ ਜਿਹੜਾ ਹੈ ਉਹ ਗੱਲਾਂ ਵਿੱਚ ਆ ਹੀ ਜਾਂਦੀਆਂ ਨੇ। ਬੜਾ ਔਖਾ ਹੈ, ਕਹਿਣਾ ਬੜਾ ਸੌਖਾ ਹੈ, ਪਰ ਇਹ ਤੇ ਅਮਲ ਕਰਨਾ ਬੜਾ ਔਖਾ ਹੈ। ਅੱਗੇ ਅੰਮ੍ਰਿਤਪਾਲ ਸਿੰਘ ਬੇਟੇ, ਸਿੱਖ ਬੱਚਿਆਂ ਦਾ ਵਿਆਹ ਕਿਸ ਰੀਤੀ ਨਾਲ ਕਰਨਾ ਚਾਹੀਦਾ ਹੈ? ਸਿੱਖ ਬੱਚਿਆਂ ਦਾ ਵਿਆਹ ਆਨੰਦ ਰੀਤੀ ਨਾਲ ਕਰਨਾ ਚਾਹੀਦਾ ਹੈ। ਬਿਲਕੁਲ ਜੀ। ਜੋ ਕੌਮ ਦੀ ਮਰਿਆਦਾ ਸਾਡੀ, ਚਾਰ ਲਾਵਾਂ ਦਾ ਪਾਠ ਕਰਕੇ ਆਨੰਦ, ਜਿਹੜੀ ਆਪਾਂ ਆਨੰਦ ਕਾਰਜ ਕਹਿੰਦੇ ਆ ਜਿਹਨੂੰ, ਉਹਦੇ ਨਾਲ ਹੀ ਹੋਣਾ ਚਾਹੀਦਾ। ਬਿਲਕੁਲ ਜੀ। ਅੱਗੇ ਫਿਰ ਜਗਜੀਤ ਸਿੰਘ ਬੇਰੇ, ਆਖਰੀ ਸਵਾਲ ਹੈ ਤੁਹਾਡੇ ਕੋਲ ਹੁਣ ਜਿਹੜੇ ਆਪਾਂ ਕਰਨਾ ਹੈ। ਜੇਕਰ ਪ੍ਰਾਣੀ ਮਰਨ ਵੇਲੇ ਮੰਜੇ ਉੱਤੇ ਹੋਵੇ ਤਾਂ ਹੇਠਾਂ ਉਤਾਰਨਾ ਯੋਗ ਹੈ ਜਾਂ ਨਹੀਂ? ਸਿੱਖ ਰਹਿਤ ਮਰਿਆਦਾ ਅਨੁਸਾਰ ਜੇਕਰ ਪ੍ਰਾਣੀ ਮਰਨ ਵੇਲੇ ਮੰਜੇ ਉੱਤੇ ਹੋਵੇ ਤਾਂ ਉਹਨੂੰ ਥੱਲੇ ਉਤਾਰਨਾ ਮਨਮਤ ਹੈ। ਮਨਮਤ ਹੈ। ਇਹ ਆਪਾਂ ਜ਼ਰੂਰ ਇਸ ਗੱਲਾਂ ਵੱਲ ਧਿਆਨ ਦਈਏ। ਵਹਿਮਾਂ ਭਰਮਾਂ ਪਖੰਡਾਂ 'ਚ ਨਹੀਂ ਅਸੀਂ ਪੈਣਾ। ਜੋ ਆਇਆ ਸੋ ਚੱਲ ਸੀ, ਜਿਹੜਾ ਆਇਆ ਉਹ ਚਲਾ ਗਿਆ। ਉਹ ਸਰੀਰ ਹੈ, ਉਹਨੂੰ ਫੂਕ ਦਿਓ, ਉਹਨੂੰ ਪਾਣੀ 'ਚ ਸੁੱਟ ਦਿਓ, ਖਤਮ ਆ ਕਹਾਣੀ। ਉਹ
ਲੇਕਿਨ ਬਹੁਤੇ ਵਹਿਮਾਂ ਭਰਮਾਂ ਵਿੱਚ ਅਸੀਂ ਨਹੀਂ ਪੈਣਾ। ਗੁਰਬਾਣੀ ਕੌਰ ਬੇਟੇ, ਅੰਮ੍ਰਿਤ ਛਕਣ ਤੋਂ ਕੀ ਭਾਵ ਹੈ? ਅੰਮ੍ਰਿਤ ਛਕਣ ਤੋਂ ਭਾਵ ਹੈ ਕਿ ਸਿੱਖ ਧਰਮ ਵਿੱਚ ਪ੍ਰਵੇਸ਼ ਕਰਨਾ। ਬਿਲਕੁਲ ਜੀ। ਵੈਸੇ ਬੱਚਿਓ, ਤੁਹਾਡੀ ਨੌਲੇਜ ਲਈ ਇਹ ਖੰਡੇ ਬਾਟੇ ਦੀ ਪਹੁਲ ਹੈ। ਅੰਮ੍ਰਿਤ ਛਕਣ ਦਾ ਭਾਵ ਹੁੰਦਾ ਗੁਰਬਾਣੀ ਨੂੰ ਪੜ੍ਹਨਾ, ਉਹ ਅੰਮ੍ਰਿਤ ਛਕਣਾ ਅਸਲ ਵਿੱਚ। ਇਹ ਹੈ ਖੰਡੇ ਬਾਟੇ ਦੀ ਪਹੁਲ ਲੈਣੀ, ਦਾਖਲਾ ਲੈਣਾ ਸਿੱਖੀ। ਜਿਵੇਂ ਬੱਚਾ ਇੱਕ ਸਕੂਲ ਵਿੱਚ ਦਾਖਲਾ ਲੈਂਦਾ, ਐਡਮਿਸ਼ਨ ਲੈਂਦਾ, ਇਵੇਂ ਇਹ ਖੰਡੇ ਬਾਟੇ ਦੀ ਪਹੁਲ ਹੈ। ਉਸ ਤੋਂ ਬਾਅਦ ਅੰਮ੍ਰਿਤ ਛਕਣਾ ਦਾ ਗੁਰਬਾਣੀ ਨੂੰ ਪੜ੍ਹਨਾ, ਗੁਰਬਾਣੀ ਅਨੁਸਾਰ ਜੀਵਨ ਜਿਉਣਾ, ਉਹਨੂੰ ਉਹ ਅੰਮ੍ਰਿਤ ਛਕਣਾ। ਲੇਕਿਨ ਸਾਡੇ 'ਚ ਪ੍ਰਚਲਿਤ ਹੋ ਗਿਆ ਵੀ ਇਹਨੇ ਅੰਮ੍ਰਿਤ ਛਕਿਆ, ਉਹਨੇ ਅੰਮ੍ਰਿਤ ਛਕਿਆ। ਨਹੀਂ, ਖੰਡੇ ਬਾਟੇ ਦੀ ਪਹੁਲ। ਪ੍ਰਥਮ ਰਹਿਤ ਜੇ ਜਾਨ ਖੰਡੇ ਕੀ ਪਹੁਲ ਛਕੇ, ਰਹਿਤ ਮਰਾਦਾ 'ਚ ਵੀ ਲਿਖਿਆ, ਰਹਿਤਨਾਮੇ 'ਚ ਵੀ ਲਿਖਿਆ। ਸੋ ਆਖਰੀ ਸਵਾਲ ਅਮਰਤਪਾਲ ਸਿੰਘ ਬੇਟੇ, ਖੰਡੇ ਬਾਟੇ ਦੀ ਪਹੁਲ ਲੈ ਕੇ ਕਿਹੜੇ ਕਕਾਰ ਜਿਹੜੇ ਆ ਧਾਰਨ ਕਰਨੇ ਜ਼ਰੂਰੀ ਹਨ? ਕੇਸ, ਕੰਗਾ, ਕੜਾ, ਰੇਬਦਾਰ ਕਛਹਿਰਾ, ਕਾਤਰੇ ਵਾਲੀ ਕਿਰਪਾਨ। ਬਿਲਕੁਲ ਜੀ। ਕੇਸ ਸਿੱਖ ਦੀ ਪਹਿਚਾਣ ਹੈ। ਕੰਗਾ ਇਸ ਕਰਕੇ ਕਿ ਸਿੱਖ ਅਵੇਸਲਾ ਨਾ ਹੋਵੇ, ਲੇਜ਼ੀ ਨਾ ਹੋਵੇ, ਆਲਸੀ ਨਾ ਹੋਵੇ। ਕਿਸੇ ਦੀ ਕੰਗੀ ਨਹੀਂ, ਉਹ ਬਿਮਾਰੀਆਂ ਫੈਲਦੀਆਂ ਨੇ। ਆਪਣੇ ਸਿਰ 'ਚ ਕੰਗਾ ਹੋਵੇ, ਜਦੋਂ ਮਰਜੀ ਦੋਨੋਂ ਵਕਤ ਕੰਗਾ, ਦੋਨੋਂ ਵਕਤ ਕਰ। ਬਲੱਡ ਸਰਕਲ ਜਿਹੜਾ ਸਾਡਾ ਉਹ ਸਹੀ ਚੱਲਦਾ, ਬੰਦਾ ਐਕਟਿਵ ਹੁੰਦਾ। ਆਪਾਂ ਜ਼ਰੂਰ ਕੇਸ ਆਪਣੇ 2 ਟਾਈਮ ਵਾਹੁਣੇ ਨੇ। ਸੋ ਇਹ ਸਾਰੇ 5 ਕਕਾਰ ਸਨ। ਅਖੀਰ ਦੇ ਵਿੱਚ ਬੇਟਾ ਸਮਾਂ ਸਾਡਾ ਬਿਲਕੁਲ ਸੀਮਤ ਹੈ। ਅਖੀਰ ਦੇ ਵਿੱਚ ਜਗਜੀਤ ਸਿੰਘ ਬੇਟਾ ਕੀ ਸੁਨੇਹਾ ਦੇਣਾ ਚਾਹੋਗੇ? ਕਰਨਾ ਚਾਹੁੰਦਾ ਹਾਂ, ਸਿੱਖ ਐਜੂਕੇਸ਼ਨ ਬੈਲਜੀਅਮ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਅੰਕਲ ਜੀ ਆਪ ਜੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਅਖੀਰ ਵਿੱਚ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਰੋਜ਼ ਗੁਰਦੁਆਰਾ ਸਾਹਿਬ ਜਾਣਾ ਚਾਹੀਦਾ ਹੈ, ਕਿਉਂਕਿ ਗੁਰਬਾਣੀ ਵਿੱਚ ਵੀ ਵਚਨ ਸਨ, ਗੁਰਦੁਆਰੇ ਹੋਏ ਸੋਝੀ ਪਾਏ ਸੀ। ਯਾਨੀ ਗੁਰਦੁਆਰਾ ਸਾਹਿਬ ਜਾ ਕੇ ਹੀ ਸਿੱਖ ਨੂੰ ਸੋਝੀ ਮਿਲਦੀ ਹੈ। ਏਤ ਦੁਆਰੇ ਧੋਏ ਅੱਛਾ ਹੋਏ ਸੀ, ਯਾਨੀ ਇੱਥੇ ਜਾ ਕੇ ਹੀ ਪ੍ਰਾਣੀ ਦਾ ਮਨ ਸਾਫ਼ ਸੁਥਰਾ ਹੋ ਜਾਂਦਾ ਹੈ। ਬਿਲਕੁਲ ਜੀ, ਬਿਲਕੁਲ। ਸੰਗਤ ਗਿਆਨ ਪ੍ਰਾਪਤ ਕਰਨ ਦੇ ਲਈ ਅਸੀਂ ਜ਼ਰੂਰ ਜਾਣਾ। ਗੁਰਬਾਣੀ ਕੌਰ ਬੇਟੇ ਕੀ ਸੁਨੇਹਾ ਦੇਣਾ ਚਾਹੋਗੇ? ਜੀ ਸਭ ਤੋਂ ਪਹਿਲੇ ਤਾਂ ਮੈਂ ਗੁਰੂ ਗ੍ਰੰਥ ਸਾਹਿਬ ਜੀ ਦਾ ਤੇ ਅੰਕਲ ਜੀ ਤੁਹਾਡਾ ਧੰਨਵਾਦ ਕਰਦੀ ਹਾਂ, ਜਿਨ੍ਹਾਂ ਨੇ ਮੈਨੂੰ ਅੱਜ ਦੇ ਲਈ ਇਹ ਮੌਕਾ ਦਿੱਤਾ। ਜਿਵੇਂ ਕਿ ਅਸੀਂ ਅੱਜ ਕੱਲ੍ਹ ਜਾਣਦੇ ਹੀ ਹਾਂ ਕਿ ਬੱਚਿਆਂ ਨੂੰ ਫਿਲਮਾਂ ਦੇ ਨਕਲੀ ਅਦਾਕਾਰਾਂ ਦੀ ਜ਼ਿਆਦਾ ਨੌਲੇਜ ਹੁੰਦੀ ਹੈ, ਪਰ ਸਾਡੇ ਸਿੱਖ ਕੌਮੀ ਯੋਧੇ ਜਿਨ੍ਹਾਂ ਨੇ ਸਾਡੀ ਸਿੱਖੀ ਦਾ ਨਾਂ ਉੱਚਾ ਕੀਤਾ ਹੈ, ਉਹਨਾਂ ਦੀ ਇਨਫੋਰਮੇਸ਼ਨ, ਉਹਨਾਂ ਦੀ ਨੌਲੇਜ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ। ਇਸ ਲਈ ਮੇਰੀ ਮਾਤਾ ਪਿਤਾ ਨੂੰ ਵੀ ਇਹੀ ਬੇਨਤੀ ਹੈ ਕਿ ਬੱਚਿਆਂ ਨੂੰ ਸਾਖੀਆਂ ਸੁਣਾਉਣ ਅਤੇ ਸਿੱਖ ਕੌਮੀ ਯੋਧਿਆਂ ਬਾਰੇ ਇਨਫੋਰਮੇਸ਼ਨ ਦੇਣ, ਤਾਂ ਕਿ ਉਹ ਵੀ ਆਪਣੀ ਗੁਰਸਿੱਖੀ ਨੂੰ ਅੱਗੇ ਵਧਾਉਣ ਅਤੇ ਬਾਣੀ ਤੇ ਬਾਣੇ ਨਾਲ ਜੁੜੇ ਰਹਿਣ। ਬਿਲਕੁਲ, ਬਹੁਤ ਵਧੀਆ ਬੇਟੇ। ਆਖਰੀ ਜਿਹੜਾ ਹੈ ਉਹ ਅਮਰਤਪਾਲ ਸਿੰਘ ਬੇਟਾ, ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ? ਕਿਉਂਕਿ ਅੱਧਾ ਮਿੰਟ ਆ ਸਾਡੇ ਕੋਲ, ਪ੍ਰੋਗਰਾਮ ਦੀ ਸਮਾਪਤੀ ਹੋ ਰਹੀ ਹੈ। ਕੀ ਆਪਣਾ ਸੁਨੇਹਾ ਕੀ ਦੇਣਾ ਚਾਹੋਗੇ? ਸਭ ਤੋਂ ਪਹਿਲਾਂ ਮੈਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦ ਕਰਦਾ ਹਾਂ, ਸਿੱਖ ਐਜੂਕੇਸ਼ਨ ਬੈਲਜੀਅਮ ਦਾ ਧੰਨਵਾਦ ਕਰਦਾ ਹਾਂ, ਤੇ ਅੰਕਲ ਜੀ ਆਪ ਦਾ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਅੱਜ ਮੈਨੂੰ ਇੱਥੇ ਆਉਣ ਦਾ ਮੌਕਾ ਦਿੱਤਾ। ਮੈਂ ਆਪ ਜੀ ਨੂੰ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਕੇਸ ਕਤਲ ਕਰਵਾ ਕੇ ਦਸਤਾਰ ਇੱਕ ਸ਼ੌਂਕ ਦੇ ਰੂਪ ਤੇ ਸਜਾਉਂਦੀ ਹੈ। ਕੇਸ ਗੁਰੂ ਜੀ ਦੀ ਬਖਸ਼ੀ ਹੋਈ ਮੋਹਰ ਹਨ ਤੇ ਦਸਤਾਰ ਗੁਰੂ ਜੀ ਦੀ ਬਖਸ਼ੀ ਹੋਈ ਇੱਕ ਦਾਤ ਹੈ। ਸਾਨੂੰ ਇਸ ਨੂੰ ਪੂਰੇ ਅਦਬ ਸਤਿਕਾਰ ਨਾਲ ਸਜਾਉਣਾ ਚਾਹੀਦਾ ਹੈ। ਅਸਲੀ ਸਿੱਖ ਉਹੀ ਹੈ ਜੋ ਗੁਰੂ ਜੀ ਦੇ ਸਾਰੇ ਹੁਕਮ ਮੰਨ ਕੇ ਆਪਣਾ ਜੀਵਨ ਬਤੀਤ ਕਰੇ। ਗੁਰਬਾਣੀ ਵਿੱਚ ਵੀ ਕਿਹਾ ਗਿਆ ਹੈ ਕਿ ਉਸ ਚਿਹਰਾ ਹੋਈਏ ਕਿ ਕੂੜੇ ਟੁੱਟੇ ਪਾਰ ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਬਹੁਤ ਬਹੁਤ ਧੰਨਵਾਦ ਬੇਟਾ, ਸਮਾਂ ਇਜਾਜ਼ਤ ਨਹੀਂ ਦਿੰਦਾ। ਸੋ ਸਾਰਿਆਂ ਦਾ ਬਹੁਤ ਧੰਨਵਾਦ। ਬੜੇ ਖੂਬਸੂਰਤ ਤਰੀਕੇ ਨਾਲ ਆਪ ਜੀਆਂ ਨੇ ਸਿੱਖ ਫੁਲਵਾੜੀ ਪ੍ਰੋਗਰਾਮ ਵਿੱਚ ਸਵਾਲਾਂ ਦੇ ਜਵਾਬ ਔਰ ਬੜੇ ਸੁਚੱਜੇ ਸੁਨੇਹੇ ਦਿੱਤੇ ਨੇ। ਇੱਥੇ ਹੀ ਖਿਮਾ ਦੇ ਜਾ ਚੁੱਕਾ ਹਾਂ। ਆਓ ਸਾਰੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ। ਫਤਿਹ।